ਦੋਸਤੋ ਪੰਜਾਬੀ ਟ੍ਰਿਬਿਊਨ ਦੇ ਰੋਜ਼ਾਨਾ ਪ੍ਰੋਗਰਾਮ ਵੇਲੇ ਦੀ ਗੱਲ ਵਿੱਚ ਤੁਹਾਡਾ ਸਵਾਗਤ ਹੈ। ਮੈਂ ਆਤਿਸ਼ ਗੁਪਤਾ ਤੁਹਾਡੇ ਸਾਹਮਣੇ ਹਾਜ਼ਰ ਹਾਂ ਤੇ ਅੱਜ ਅਸੀਂ ਗੱਲ ਕਰਾਂਗੇ ਕਿਸਾਨ ਅੰਦੋਲਨ ਦੇ 11 ਮਹੀਨੇ ਪੂਰੇ ਅਤੇ ਫੈਡਰਲਿਜ਼ਮ ਬਾਰੇ। ਸਾਡੇ ਨਾਲ ਇਸ ਵਿਸ਼ੇ ਤੇ ਗੱਲਬਾਤ ਕਰਨ ਲਈ ਵਿਸ਼ੇਸ਼ ਤੌਰ ਤੇ ਹਾਜ਼ਰ ਨੇ ਉੱਘੇ ਪੱਤਰਕਾਰ ਸ਼੍ਰੀ ਹਮੀਰ ਸਿੰਘ ਜੀ। ਹਮੀਰ ਜੀ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ। ਜੀ ਸ਼ੁਕਰੀਆ ਆਤਿਸ਼। ਹਮੀਰ ਜੀ, ਕੇਂਦਰੀ ਖੇਤੀ ਕਾਨੂੰਨਾਂ ਖਿਲਾਫ ਸ਼ੁਰੂ ਹੋਏ ਸੰਘਰਸ਼ ਨੂੰ ਜਿਹੜਾ ਹੈ ਦਿੱਲੀ ਦੀ ਬਰੂਹਾਂ ਤੇ ਚੱਲਦੇ ਨੂੰ ਅੱਜ 11 ਮਹੀਨੇ ਪੂਰੇ ਹੋ ਚੁੱਕੇ ਨੇ ਤੇ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਅੱਜ ਦੇਸ਼ ਭਰ ਦੇ ਵਿੱਚ ਤਹਿਸੀਲ ਪੱਧਰ ਤੇ ਜ਼ਿਲ੍ਹਾ ਪੱਧਰ ਤੇ ਜਿਹੜੇ ਹੈਗੇ ਰੋਸ ਪ੍ਰਦਰਸ਼ਨ ਕੀਤੇ ਗਏ ਨੇ, ਧਰਨੇ ਦਿੱਤੇ ਗਏ ਨੇ। ਅਸੀਂ ਜਾਣਨਾ ਚਾਹਾਂਗੇ 11 ਮਹੀਨੇ ਦਾ ਇਹ ਸਫ਼ਰ ਕਿਸ ਤਰ੍ਹਾਂ ਦਾ ਦੇਖਣ ਨੂੰ ਮਿਲ ਰਿਹਾ ਤੇ ਅੱਜ ਸਰਕਾਰ ਦਾ ਕਿਸਾਨ ਅੰਦੋਲਨ ਬਾਰੇ ਕਿਸ ਤਰ੍ਹਾਂ ਦਾ ਰਵੱਈਆ ਜਿਹੜਾ ਹੈਗਾ ਪਾਇਆ ਜਾ ਰਿਹਾ। ਕੀ ਸਰਕਾਰ ਕਿਸਾਨਾਂ ਦੀ ਮੰਗਾਂ ਮੰਨਣ ਲਈ ਤਿਆਰ ਹੈ ਜਾਂ ਹਲੇ ਵੀ ਸਰਕਾਰ ਅੜੀ ਹੋਈ ਹੈ? ਅਸਲ 'ਚ 11 ਮਹੀਨਿਆਂ ਦੇ ਦੌਰਾਨ ਬਹੁਤ ਕੁਝ ਵਾਪਰਿਆ, ਬੜਾ ਲੰਮਾ ਸਮਾਂ। ਅੱਜ ਇਹ ਇੱਕ ਗੱਲ ਸਾਬਤ ਕਰਦੀ ਹੈ ਕਿ 11 ਮਹੀਨਿਆਂ ਦੇ ਬਾਵਜੂਦ ਜਿਹੜਾ ਇੱਕ ਐਂਗਲ ਸੀ ਵੀ ਸ਼ਾਇਦ ਅੰਦੋਲਨ ਦੇ ਅਧਿਕਾਰੀ ਥੱਕ ਸਕਦੇ ਨੇ ਜਾਂ ਅੰਦੋਲਨ ਦੇ ਵਿੱਚ ਕੋਈ ਫੁੱਟ ਪੈ ਸਕਦੀ ਹੈ ਜਾਂ ਕੋਈ ਹੋਰ ਕਈ ਤਰ੍ਹਾਂ ਦੀਆਂ ਜਿਹੜੀਆਂ ਚਰਚਾਵਾਂ ਸੀ ਜੀ। ਔਰ ਇਹ ਅੰਦੋਲਨ ਅੱਜ ਤੱਕ ਇਸ ਗੱਲ 'ਚ ਕਾਮਯਾਬ ਹੋਇਆ ਕਿ ਲੋਕਾਂ ਦੀ ਹਮਾਇਤ ਵੀ ਨਾਲ ਨਾ ਕੇਵਲ ਮਤਲਬ ਓਨੀ ਹੈ ਬਲਕਿ ਵੱਧਦੀ ਦਿਖਾਈ ਦੇ ਰਹੀ ਹੈ। ਜੇ ਆਪਾਂ ਦੇਖੀਏ ਹੇਠਾਂ ਲੈਵਲ 'ਤੇ ਓਵਰਆਲ ਸੂਬਿਆਂ ਦੇ ਵਿੱਚ ਵੱਖ-ਵੱਖ ਜਗ੍ਹਾ ਦੇ ਵਿੱਚ ਜਾਂਦੇ ਹੋਏ, ਜੀ। ਔਰ ਅੱਜ ਵੀ ਜਿਹੜਾ 11 ਮਹੀਨੇ ਪੂਰੇ ਹੋਣ 'ਤੇ ਮਤਲਬ ਸਾਰੇ ਸਾਊਥ ਤੇ ਤਾਮਿਲਨਾਡੂ ਤੋਂ ਲੈ ਕੇ ਇੱਧਰ ਉੜੀਸਾ ਤੋਂ ਲੈ ਕੇ ਵੱਖ-ਵੱਖ ਸਾਰੇ ਜਗ੍ਹਾ ਦੇ ਉੱਤੇ ਹੀ ਪ੍ਰੋਟੈਸਟ ਹੋਏ ਨੇ, ਮੁਜ਼ਾਹਰੇ ਹੋਏ ਨੇ। ਉੱਤਰੀ ਭਾਰਤ ਦੇ ਸੂਬਿਆਂ 'ਚ ਤਾਂ ਹੋ ਹੀ ਰਹੇ ਨੇ ਕਿਉਂਕਿ ਇੱਥੇ ਤਾਂ ਲੋਕ ਬਾਕੀ ਬੈਠੇ ਨੇ। ਇਹਦਾ ਮਤਲਬ ਇਹ ਹੈ ਕਿ ਅੰਦੋਲਨ ਹੌਲੀ ਹੌਲੀ ਹੇਠਾਂ ਤੱਕ ਸਗੋਂ ਫੈਲ ਰਿਹਾ, ਇਹ ਕਮਜ਼ੋਰ ਹੋਣ ਦੀ ਬਜਾਏ। ਦੂਜੀ ਗੱਲ ਇਹ ਹੈ ਕਿ ਅੰਦੋਲਨ ਦੇ ਵਿੱਚ ਅੱਜ ਦਾ ਜਿਹੜਾ ਮੇਨ ਫੋਕਸ ਸੀ ਉਹ ਲਖੀਮਪੁਰ ਘਟਨਾ ਦੇ ਮਾਮਲੇ ਦੇ ਵਿੱਚ ਸੀ। ਮੇਨ ਫੋਕਸ ਇਹ ਸੀ ਕਿ ਲਖੀਮਪੁਰ ਘਟਨਾ ਦੇ ਦੌਰਾਨ ਜਾਂ ਲਖੀਮਪੁਰ ਦੇ ਜਿਹੜੀ ਕੇਂਦਰੀ ਗ੍ਰਹਿ ਰਾਜ ਮੰਤਰੀ ਵਿਜੇ ਮਿਸ਼ਰਾ ਦੀ ਗੱਡੀ ਨਾਲ ਦਰੜੇ ਗਏ ਕਿਸਾਨ ਤੇ ਪੱਤਰਕਾਰ ਹੈ, ਉਹਦਾ ਮੁੰਡਾ ਚਾਹੇ ਆਸ਼ੀਸ਼ ਮਿਸ਼ਰਾ ਫੜਿਆ ਗਿਆ ਸੀ, ਪੁੱਛਗਿੱਛ ਵੀ ਹੋਈ ਆ, ਕੁਝ ਹੋਰ ਵੀ ਫੜੇ ਗਏ ਨੇ ਤੇ ਪਰ ਅਜੇ ਮਿਸ਼ਰਾ ਟੈਨੀ ਦੀ ਬਰਖਾਸਤਗੀ ਤੇ ਉਹਦੀ ਗ੍ਰਿਫਤਾਰੀ ਇਹ ਅਜੇ ਲਟਕਦੀ ਆ ਰਹੀ ਹੈ, ਜਿਹਨੂੰ ਕਿਸਾਨ ਸ਼ੁਰੂ ਤੋਂ ਮੰਗ ਕਰਦੇ ਆ ਰਹੇ ਨੇ। ਹਾਲਾਂਕਿ ਸੁਪਰੀਮ ਕੋਰਟ ਨੇ ਵੀ ਨਾਰਾਜ਼ਗੀ ਪ੍ਰਗਟ ਕੀਤੀ ਹੈ ਇਹਦੇ 'ਤੇ ਕਿ ਜਿਸ ਢੰਗ ਨਾਲ ਜਾਂਚ ਕੀਤੀ ਜਾ ਰਹੀ ਹੈ ਉਹਦੇ 'ਚ ਉਹ ਸੰਤੋਸ਼ਜਨਕ ਨਹੀਂ ਹੈ। ਇਸੇ ਕਰਕੇ ਉਹਨਾਂ ਨੂੰ ਮਤਲਬ ਯੂਪੀ ਦੀ ਸਰਕਾਰ ਜਾਂ ਯੂਪੀ ਦੀ ਜਿਹੜੀ ਪੁਲਿਸ ਜਾਂਚ ਕਰ ਰਹੀ ਹੈ, ਸੁਪਰੀਮ ਕੋਰਟ ਨੇ ਉਹਨੂੰ ਕਾਫੀ ਝਾੜ ਝੰਬ ਵੀ ਕੀਤੀ ਹੈ ਇਸ ਸਾਰੇ ਮਾਮਲੇ ਦੇ ਵਿੱਚ। ਹੁਣ ਇਹ ਦਬਾਅ ਅੱਜ ਦਾ ਮੇਨ ਤੌਰ 'ਤੇ ਉਹ ਸੀ। ਅਤੇ ਸੈਕੰਡ ਗੱਲ ਇਹ ਜਿਹੜਾ ਬੁਨਿਆਦੀ ਮੁੱਦਾ ਸ਼ੁਰੂ ਤੋਂ ਚੱਲ ਰਿਹਾ, ਬੁਨਿਆਦੀ ਮੁੱਦਾ ਉਹ ਚੱਲ ਰਿਹਾ ਤਿੰਨ ਜਿਹੜੇ ਕਾਨੂੰਨ ਨੇ ਉਹ ਵਾਪਸ ਲੈਣ ਦਾ ਸਵਾਲ ਹੈ ਅਤੇ ਫਸਲਾਂ ਦੇ ਘੱਟ ਸਮਰਥਨ ਮੁੱਲ ਦੀ ਕਾਨੂੰਨੀ ਗਰੰਟੀ ਉਹਦੇ 'ਤੇ ਖਰੀਦ ਦੀ। ਇਹ ਅੰਦੋਲਨ ਦੇ ਵਿੱਚ ਜਿਹੜਾ ਪੂਰਾ ਇੱਕ ਮਾਹੌਲ ਲਗਾਤਾਰ ਬਣਿਆ ਆ ਰਿਹਾ, ਇਹਦੇ 'ਚ ਟਰਾਈ ਕੀਤੀ ਹੈ ਵੱਖ-ਵੱਖ ਮਤਲਬ ਧੜਿਆਂ ਨੇ। ਸਰਕਾਰ ਨੇ ਵੀ 22 ਜਨਵਰੀ ਤੋਂ ਲੈ ਕੇ ਗੱਲਬਾਤ ਨਹੀਂ ਹੋ ਰਹੀ। ਪ੍ਰਧਾਨ ਮੰਤਰੀ ਨੇ ਵੀ ਚਾਹੇ ਭਾਵੇਂ ਇਹ ਕਹਿਤਾ ਸੀ ਵਿੱਚ ਦੀ, ਜਾਂ ਖੇਤੀ ਮੰਤਰੀ ਨਰਿੰਦਰ ਤੋਮਰ ਬਾਰ-ਬਾਰ ਬਿਆਨ ਦੇ ਦਿੰਦੇ ਨੇ ਕਿ ਜੀ ਅਸੀਂ ਤਾਂ ਗੱਲ ਕਰਨ ਲਈ ਤਿਆਰ ਹਾਂ, ਦਿਨ ਰਾਤ ਸਾਡੇ ਦਰਵਾਜ਼ੇ ਖੁੱਲ੍ਹੇ ਨੇ, ਅਤੇ ਨਾਲ ਦੀ ਨਾਲ ਇਹ ਕਹੀ ਜਾਂਦੇ ਨੇ ਕਿ ਜੀ ਅਸਲ ਦੇ ਵਿੱਚ ਬਹੁਤੇ ਲੋਕ ਤਾਂ ਇਹਦੇ ਪੱਖ 'ਚ ਨੇ ਕਾਨੂੰਨਾਂ ਦੇ। ਅਤੇ ਉਹ ਸਾਰਾ ਜਿਹੜਾ ਇੱਕ ਇਸ ਲੈਵਲ ਦੀਆਂ ਗੱਲਾਂ ਨੇ। ਜਾਂ ਪ੍ਰਧਾਨ ਮੰਤਰੀ ਕਹਿ ਰਹੇ ਸੀ ਕਿ ਅਸੀਂ ਇੱਕ ਫੋਨ ਕਾਲ ਦੂਰ ਹਾਂ, ਤਾਂ 22 ਜਨਵਰੀ ਤੋਂ ਹੁਣ ਤੱਕ ਆਉਂਦੇ ਨਾ ਉਹ ਫੋਨ ਕਾਲ ਮਿਲੀ ਅਤੇ ਨਾ ਸੱਦਾ ਮਿਲਿਆ ਕਿਸਾਨਾਂ ਨੂੰ ਕੋਈ। ਜੇ ਸਰਕਾਰ ਦੀ ਗੰਭੀਰਤਾ ਹੁੰਦੀ ਤਾਂ ਘੱਟੋ ਘੱਟ ਸੱਦਾ ਦੇ ਕੇ ਇੱਕ ਗੱਲਬਾਤ ਸ਼ੁਰੂ ਕੀਤੀ ਜਾ ਸਕਦੀ ਸੀ। ਔਰ ਇਸੇ ਕਰਕੇ ਜਿਹੜਾ ਇੱਕ ਨਾਰਾਜ਼ਗੀ ਅਤੇ ਇੱਕ ਰੋਸ ਲਗਾਤਾਰ ਵੱਧਦਾ ਜਾ ਰਿਹਾ ਹੈ। ਨਾਰਾਜ਼ਗੀ ਇਸ ਲਈ ਵੱਧਦੀ ਜਾ ਰਹੀ ਹੈ ਕਿ ਜਮਹੂਰੀ ਦੇਸ਼ ਦੇ ਵਿੱਚ ਜਿਹੜੇ ਦੁਨੀਆ ਦਾ ਸਭ ਤੋਂ ਬੜੀ ਜਮਹੂਰੀਅਤ ਤੁਸੀਂ ਕਹਿ ਰਹੇ ਹੋ ਆਬਾਦੀ ਦੇ ਲਿਹਾਜ਼ ਦੇ ਨਾਲ, ਉਹਦੇ 'ਚ ਇੱਕ ਬੜੇ ਵੱਡੇ ਵਰਗ ਦੇ ਇੰਨਾ ਚਿਰ ਦੀਆਂ ਸਰਦੀਆਂ ਲੰਘ ਗਈਆਂ, ਗਰਮੀਆਂ ਲੰਘ ਗਈਆਂ, ਮੱਛਰ ਮੱਛੀ ਸਭ ਕੁਝ ਲੋਕਾਂ ਨੇ ਦੇਖਿਆ, ਬਰਸਾਤਾਂ ਲੰਘ ਗਈਆਂ, ਇੰਨੀ ਮਤਲਬ ਸੰਕਟ ਦੇ ਦੌਰ ਦੇ ਵਿੱਚੋਂ ਗੁਜ਼ਰ ਕੇ ਜੇ ਲੋਕ ਪੀਸਫੁਲ ਅੰਦੋਲਨ ਕਰ ਰਹੇ ਨੇ, ਫਿਰ ਵੀ ਕੋਈ ਹਿੰਸਕ ਗੱਲ ਨਹੀਂ ਹੋ ਰਹੀ, ਉਹਦੇ ਫਿਰ ਵੀ ਤੁਸੀਂ ਸੁਣਵਾਈ ਨਹੀਂ ਕਰਦੇ, ਉਹਦੀ ਗੱਲ ਸੁਣਨ ਲਈ ਤਿਆਰ ਨਹੀਂ ਹੋ, ਤਾਂ ਇੱਕ ਸਵਾਲ ਜਾਂ ਨਿਸ਼ਾਨ ਲੱਗਦਾ ਹੈ ਜ਼ਰੂਰ ਕਿ ਵਾਕਈ ਇਹ ਜਮਹੂਰੀਅਤ ਦੀ ਕੋਈ ਮਾੜੀ ਮੋਟੀ ਇਹਦੇ 'ਚ ਬਚੀ ਹੈ ਕਿ ਜਮਹੂਰੀਅਤ ਕਿ ਜਮਹੂਰੀ ਮਸਲੇ ਤਾਂ ਆਪਸੀ ਸੰਵਾਦ ਨਾਲ ਦੂਰ ਹੱਲ ਹੁੰਦੇ ਨੇ ਨਾ, ਆਪਸੀ ਗੱਲਬਾਤ ਰਾਹੀਂ ਹੱਲ ਹੁੰਦੇ ਨੇ। ਸਰਕਾਰ ਦਾ ਐਟੀਟਿਊਡ ਬੜਾ ਇਹਦੇ ਪ੍ਰਤੀ ਨਾ ਪੱਖੀ ਰਿਹਾ, ਪਰ ਅੰਦੋਲਨ ਦੀ ਸਟਰੈਂਥ, ਅੰਦੋਲਨ ਦੀ ਮਜ਼ਬੂਤੀ ਇਸੇ ਗੱਲ ਦੇ ਵਿੱਚ ਹੈ ਕਿ ਉਹਨੇ ਅਜੇ ਆਪਣੇ ਆਪ ਨੂੰ ਕਾਇਮ ਰੱਖਿਆ ਹੋਇਆ, ਮਜ਼ਬੂਤ ਰੱਖਿਆ ਹੋਇਆ, ਕਿਉਂਕਿ ਲੋਕਾਂ ਨੂੰ ਇਹ ਲੱਗਦਾ ਕਿ ਇਹ ਅੰਦੋਲਨ ਸਾਡੀ ਹੋਂਦ ਦਾ ਅੰਦੋਲਨ ਹੈ, ਵੱਡਾ ਅੰਦੋਲਨ ਹੈ। ਜੇ ਕਾਰਪੋਰੇਟ ਦਾ ਖੇਤੀ 'ਤੇ ਵੀ ਕਬਜ਼ਾ ਹੋ ਜਾਂਦਾ ਹੈ, ਜਿਵੇਂ ਕਿ ਕਾਰਪੋਰੇਟ ਵਪਾਰ 'ਤੇ ਕਬਜ਼ਾ ਕਰ ਰਿਹਾ, ਜਿਵੇਂ ਉਹ ਛੋਟੀ ਅਤੇ
ਮੱਧਮ ਦਰਜੇ ਦੀ ਉਦਯੋਗਾਂ ਨੂੰ, ਜਿਵੇਂ ਛੋਟੀਆਂ ਦੁਕਾਨਾਂ ਨੂੰ, ਜਿਵੇਂ ਬਾਕੀ ਨੂੰ ਉਜਾੜ ਰਿਹਾ, ਉਵੇਂ ਖੇਤੀ ਵੀ ਉਜੜ ਗਈ, ਤਾਂ ਜਿਹੜਾ ਜ਼ਿੰਦਗੀ ਦਾ ਜਿਹੜਾ ਦੌਰ ਹੈ ਬਹੁਤ ਮੁਸ਼ਕਲ ਹੋ ਜਾਣਾ। ਤੇ ਇਸੇ ਕਰਕੇ ਕਿ ਐਡੀ ਲੰਮੀ ਲੜਾਈ ਜਿਹੜੀ ਹੈ ਉਹ ਲੜੀ ਜਾ ਰਹੀ ਹੈ, ਔਰ ਦੁਨੀਆ ਨੂੰ ਵੀ ਉਮੀਦ ਹੈ ਤੇ ਬਾਕੀ ਵੀ ਇੱਕ ਨਾ ਇੱਕ ਦਿਨ ਇਹਦੇ 'ਤੇ ਕੋਈ ਗੱਲ ਕਰਨੀ ਪੈਣੀ ਹੈ। ਤੇ ਫਿਰ ਵਿੱਚ ਦੀ ਆ ਜਾਂਦੇ ਨੇ ਆ ਹੋਰ ਮਾਮਲੇ, ਜੀ ਕੋਈ ਘਟਨਾਵਾਂ ਵਾਪਰਦੀਆਂ ਨੇ ਕਿਤੇ ਨਾ ਕਿਤੇ, ਉਹਨੂੰ ਅੰਦੋਲਨ ਨੂੰ ਡੀਫੇਮ ਕਰਨ ਲਈ ਜਾਂ ਉਹਦੇ ਮਤਲਬ ਦਾਗ ਕੋਈ ਲਾਉਣ ਦੇ ਵਾਸਤੇ, ਕਦੇ ਨਿਹੰਗਾਂ ਦੇ ਇੱਕ ਗਰੁੱਪ ਵੱਲੋਂ ਤੇ ਲਖਬੀਰ ਸਿੰਘ ਦਾ ਗੁੱਟ ਕੱਟ ਦਿਓ ਤੇ ਉਹਦੀ ਲੱਤ ਕੱਟ ਦਿਓ, ਤੇ ਉਦੋਂ ਬਾਅਦ ਉਹਨੂੰ ਇਸ ਲੈਵਲ 'ਤੇ ਪੇਸ਼ ਕਰੋ ਕਿ ਬਹੁਤ ਵੱਡਾ ਇੱਕ ਮਾਰਕਾ ਮਾਰਿਆ ਸ਼ਾਇਦ ਅਸੀਂ ਬੇਅਦਬੀ ਦੇ ਖਿਲਾਫ। ਪਰ ਜਦੋਂ ਉਹਨਾਂ ਦੀਆਂ ਫੋਟੋਆਂ ਆਉਂਦੀਆਂ ਨੇ ਨਿਹੰਗ ਅਮਨ ਸਿੰਘ ਦੀਆਂ ਤੇ ਪਿੰਕੀ ਦੀਆਂ, ਬਾਕੀ ਦੀਆਂ, ਤੇ ਉਦੋਂ ਬਾਅਦ ਲਗਾਤਾਰ ਗ੍ਰਿਫਤਾਰੀਆਂ ਹੁੰਦੀਆਂ ਨੇ, ਸਾਰੀਆਂ ਚੀਜ਼ਾਂ ਨੇ, ਫਿਰ ਉਹ ਵੀ ਕਾਊਂਟਰ ਹੋ ਜਾਂਦਾ, ਆਪਣੇ ਆਪ ਹੋ ਜਾਂਦਾ ਕਿਸਾਨ ਅੰਦੋਲਨ ਨੂੰ, ਉਹਦੇ 'ਚ ਬਹੁਤ ਜ਼ਿਆਦਾ ਤਰੱਦਦ ਕਰਨ ਦੀ ਲੋੜ ਨਹੀਂ ਪੈਂਦੀ। ਇਹ ਸਾਰੀਆਂ ਚੀਜ਼ਾਂ ਨੂੰ ਰਲਾ ਮਿਲਾ ਕੇ ਇੱਕ ਗੱਲ ਠੀਕ ਹੈ ਕਿ ਕਿਸਾਨ ਅੰਦੋਲਨ ਆਪਣੇ ਰਾਹ ਤੁਰਦਾ ਜਾ ਰਿਹਾ, ਆਪਣੇ ਸਾਬਤ ਕਦਮੀ ਤੁਰਦਾ ਜਾ ਰਿਹਾ। ਜਥੇਬੰਦੀਆਂ ਨੂੰ ਇਹੀ ਹੈ ਕਿ ਉਹ ਜੇ ਇਕਜੁੱਟਤਾ ਕਾਇਮ ਰੱਖ ਗਈਆਂ, ਇਕਜੁੱਟਤਾ ਕਾਇਮ ਰੱਖਣ ਦੇ ਨਾਲ ਨਾਲ ਅੰਦੋਲਨ ਦੇ ਵਿੱਚ ਨਵੀਂ ਰੂਹ ਫੂਕਣ ਦੇ ਵਾਸਤੇ ਨਵੇਂ ਕੋਈ ਐਕਸ਼ਨ ਜਾਂ ਨਵਾਂ ਉਹਨਾਂ ਨੂੰ ਕਾਲ ਦੇਣ ਦੀ ਗੱਲ ਹੈ ਕਿ ਆਓ। ਪਰ ਇਹ ਲੋਕ ਦਿਖਾ ਰਹੇ ਨੇ ਅੱਜ ਵੀ, ਜਿੰਨੇ ਵੱਡੇ ਪੱਧਰ 'ਤੇ ਪੰਜਾਬ ਦੇ ਵਿੱਚ, ਹਰਿਆਣੇ 'ਚ, ਯੂਪੀ 'ਚ ਮਤਲਬ ਧਰਨੇ ਦਿੱਤੇ ਗਏ ਨੇ, ਪ੍ਰਦਰਸ਼ਨ ਹੋਏ ਨੇ, ਜਾਂ ਪੂਰੇ ਦੇਸ਼ ਦੇ ਵਿੱਚ ਜਿਸ ਲੈਵਲ 'ਤੇ ਹੋਏ ਆ, ਤਾਂ ਅੰਦੋਲਨ ਅਜੇ ਹੋਰ ਚੱਲਣ ਦੀ ਸਮਰੱਥਾ ਰੱਖਦਾ ਹੈ ਇਸ ਪੱਧਰ ਦੇ ਉੱਤੇ ਜਦ ਤੱਕ ਗੱਲਬਾਤ ਨਹੀਂ ਹੁੰਦੀ। ਹੁਣ ਇਹ ਸਰਕਾਰ ਨੇ ਸੋਚਣਾ ਕਿ ਉਹ ਕਦ ਨਿਬੇੜਨਾ ਚਾਹੁੰਦੀ ਹੈ, ਅੱਜ ਨਿਬੇੜਨਾ ਚਾਹੁੰਦੀ ਹੈ, ਹੋਰ 2 ਮਹੀਨੇ ਲੰਘਾ ਕੇ ਨਿਬੇੜਨਾ ਚਾਹੁੰਦੀ ਹੈ। ਇਹਦੇ ਨਾਲ ਮੈਨੂੰ ਲੱਗਦਾ ਪੂਰੀ ਦੁਨੀਆ ਪੱਧਰ 'ਤੇ ਸਰਕਾਰ ਦੀ ਹੀ ਬਦਨਾਮੀ ਹੋ ਰਹੀ ਹੈ, ਤੇ ਅੰਦੋਲਨ ਦੇ ਵਿੱਚ ਤਾਂ ਅੰਦੋਲਨਕਾਰੀ ਇਸ ਮਾਮਲੇ ਦੇ ਵਿੱਚ ਸਗੋਂ ਉਤਸ਼ਾਹਤ ਹੋ ਰਹੇ ਨੇ, ਹੋਰ ਟ੍ਰੇਨਡ ਹੋ ਰਹੇ ਨੇ, ਹੋਰ ਲੀਡਰਾਂ ਤੋਂ ਸਵਾਲ ਜਵਾਬ ਪੁੱਛਣ ਦੇ ਇੱਕ ਜਮਹੂਰੀ ਤਰੀਕੇ ਨੂੰ ਅਪਣਾ ਰਹੇ ਨੇ। ਜੀ ਹਮੀਰ ਜੀ, 11 ਮਹੀਨੇ ਦੇ ਸਫ਼ਰ 'ਚ ਲਗਭਗ 750 ਦੇ ਕਰੀਬ ਕਿਸਾਨ ਸ਼ਹੀਦ ਹੋ ਚੁੱਕੇ ਨੇ, ਤੇ ਵੱਡੀ ਗਿਣਤੀ 'ਚ ਹੋਰ ਵੀ ਕਈ ਤਰ੍ਹਾਂ ਦੀਆਂ ਔਕੜਾਂ ਦਾ ਕਿਸਾਨਾਂ ਨੂੰ ਸਾਹਮਣਾ ਕਰਨਾ ਪਿਆ। ਜਿੱਥੇ ਕਿਸਾਨ ਤੇ ਵੱਖ-ਵੱਖ ਵਰਗਾਂ ਦੇ ਲੋਕ ਆਪਣੇ ਮੁੱਦਿਆਂ ਦੀ ਗੱਲ ਚੁੱਕ ਰਹੇ ਨੇ, ਪਰ ਉੱਥੇ ਕਿਤੇ ਨਾ ਕਿਤੇ ਸਿਆਸੀ ਪਾਰਟੀਆਂ ਜਿਹੜੀਆਂ ਹੈਗੀਆਂ ਉਹ ਫੈਡਰਲਿਜ਼ਮ ਦੇ ਮਾਮਲੇ 'ਤੇ ਜਿਹੜਾ ਹੈਗਾ ਉਸ ਵੱਡੇ ਮੁੱਦੇ ਨੂੰ ਨਜ਼ਰਅੰਦਾਜ਼ ਕਰਦੀਆਂ ਦਿਖ ਰਹੀਆਂ ਨੇ। ਜੋ ਉਹਨਾਂ ਨੂੰ ਪਹਿਰਾ ਦੇਣਾ ਚਾਹੀਦਾ ਸੀ ਉਸ ਤਰ੍ਹਾਂ ਉਹ ਪਹਿਰਾ ਨਹੀਂ ਦੇ ਪਾ ਰਹੀਆਂ। ਅਸੀਂ ਜਾਣਨਾ ਚਾਹਾਂਗੇ ਕਿ ਇਸ ਮਾਮਲੇ ਨੂੰ ਤੁਸੀਂ ਕਿਵੇਂ ਦੇਖੋਗੇ? ਅਸਲ 'ਚ ਫੈਡਰਲਿਜ਼ਮ ਤਾਂ ਲਗਾਤਾਰ ਕਮਜ਼ੋਰ ਕੀਤਾ ਜਾ ਰਿਹਾ ਬੜੇ ਲੰਮੇ ਸਮੇਂ ਤੋਂ। ਕਾਂਗਰਸ ਦਾ ਵੀ ਇਸ ਪਾਸੇ ਨੂੰ ਰੁਝਾਨ ਰਿਹਾ ਤੇ ਹੁਣ ਬੀਜੇਪੀ ਦਾ ਉਦੋਂ ਜ਼ਿਆਦਾ ਰੁਝਾਨ ਹੋ ਗਿਆ। ਔਰ ਜਦੋਂ ਅਸੀਂ ਇਹ ਦੇਖਦੇ ਹਾਂ ਕਿ ਪਿਛਲੇ ਸਮੇਂ ਤੋਂ ਹੁਣੀ ਅਜੇ 3 ਦਿਨ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਜਾ ਕੇ ਆਏ ਨੇ ਜੰਮੂ ਕਸ਼ਮੀਰ ਦੇ ਵਿੱਚ ਵੀ। ਉਹ ਆ ਕੇ ਕੀ ਕਹਿੰਦੇ ਨੇ? ਉਹ ਕਹਿੰਦੇ ਨੇ ਜੀ ਉੱਥੇ ਮੰਨ ਕੇ ਆਏ ਨੇ ਕਿ ਮਨੁੱਖੀ ਅਧਿਕਾਰਾਂ ਦਾ ਕਿੰਨਾ ਘਾਣ। ਉਹ ਕਹਿੰਦੇ ਵੀ ਇਹ ਇੱਕ ਜਿਵੇਂ ਆਪਾਂ ਕਹਿੰਦੇ ਹਾਂ ਨਾ, ਕੁਨੀਨ ਹੈ ਦੇ ਰਿਹਾ ਕੌੜੀ ਦਵਾਈ ਸਮਝ ਲਓ। ਜੇ ਅਸੀਂ ਕਰਫਿਊ ਲਾਇਆ, ਜੇ ਇੰਟਰਨੈਟ ਬੰਦ ਕੀਤਾ, ਜੇ ਹਜ਼ਾਰਾਂ ਬੰਦਿਆਂ ਨੂੰ ਮਤਲਬ ਨਜ਼ਰਬੰਦ ਰੱਖਿਆ, ਸੈਂਕੜੇ ਬੰਦੇ ਗ੍ਰਿਫਤਾਰ ਕੀਤੇ ਗਏ ਇੰਨੇ ਲੰਮੇ ਸਮੇਂ ਤੱਕ, ਕਹਿੰਦੇ ਇਹਨੂੰ ਕੌੜੀ ਦਵਾਈ ਸਮਝੋ, ਨਹੀਂ ਤਾਂ ਪਤਾ ਨਹੀਂ ਬਹੁਤ ਬੰਦੇ ਮਰ ਜਾਣੇ ਸੀ। ਇਹਦਾ ਮਤਲਬ ਤੁਹਾਡਾ ਉਹ ਕਿਹਾ ਜਿਹਾ ਐਕਸ਼ਨ ਹੈ ਜਿਹਦੇ 'ਚ ਬਹੁਤ ਬੰਦੇ ਮਰ ਜਾਣੇ ਸੀ, ਜਿਹਨੂੰ ਤੁਸੀਂ ਲੋਕਾਂ ਦੀ ਇਹਦਾ ਮਤਲਬ ਘਰਾਂ 'ਚ ਨਜ਼ਰਬੰਦ ਕਰਕੇ ਕਹਿੰਦੇ ਹੋ ਕਿ ਚੰਗਾ ਹੋਇਆ। 2 ਸਾਲਾਂ ਤੋਂ ਬਾਅਦ ਪਹਿਲੀ ਵਾਰ ਦੇਸ਼ ਦਾ ਕੋਈ ਗ੍ਰਹਿ ਮੰਤਰੀ ਉੱਥੇ ਜਾ ਸਕਦਾ, ਤੇ ਉਹ ਵੀ ਉਹਦੇ ਲਈ ਵੀ ਜਾਣ ਤੋਂ ਬਾਅਦ ਉੱਥੇ 50 ਕੰਪਨੀਆਂ ਨਵੀਆਂ ਪੈਰਾਮਿਲਟਰੀ ਫੋਰਸਿਸ ਦੀਆਂ ਲਾਉਣੀਆਂ ਪੈ ਰਹੀਆਂ ਨੇ। ਬਾਕੀ ਬੁਲਟ ਪ੍ਰੂਫ ਸਾਰਾ ਸਿਸਟਮ ਲਾਉਣਾ ਪੈ ਰਿਹਾ। ਉਹ ਪਰਦਿਆਂ ਦੇ ਵਿੱਚ ਤੁਸੀਂ ਸਾਰਾ ਦੇਖ ਕੇ ਕਹਿ ਰਹੇ ਹੋ ਮਾਹੌਲ ਸ਼ਾਇਦ ਠੀਕ ਹੈ ਇਸ ਮਾਮਲੇ 'ਚ। ਇਹ ਜਿਹੜੀਆਂ ਗੱਲਾਂ ਨੇ, ਤੱਥਾਂ ਤੋਂ ਕੋਰੀਆਂ ਜਿਹੜੀਆਂ ਗੱਲਾਂ ਹੁੰਦੀਆਂ ਨੇ, ਉਹ ਅਸਰ ਨਹੀਂ ਕਰਦੀਆਂ ਉਸ ਪੱਧਰ 'ਤੇ। ਇਸੇ ਦੇ ਵਿੱਚ ਆਇਆ ਫਿਰ ਚਲਦੇ ਉਹ ਤਾਂ ਚੱਲ ਹੀ ਰਹੇ ਸੀ, ਉਹ ਕਾਨੂੰਨ ਉਸ ਪਾਸੇ ਵੱਲ ਚੱਲ ਰਹੇ ਸੀ। ਤੁਸੀਂ ਇੱਕ ਨਵਾਂ ਨੋਟੀਫਿਕੇਸ਼ਨ ਜਾਰੀ ਕਰਤਾ ਜਿਹੜਾ ਕਿ BSF ਦਾ ਦਾਇਰਾ ਵਧਾਉਣ ਦਾ 50 ਕਿਲੋਮੀਟਰ, ਜਿੱਤੇ ਸਾਡੀਆਂ ਪਾਰਟੀਆਂ ਦੀ ਮੀਟਿੰਗ ਸੀ, ਆਲ ਪਾਰਟੀ ਮੀਟਿੰਗ ਕੱਲ੍ਹ ਮਤਲਬ ਪੰਜਾਬ ਦੇ ਚੀਫ ਮਿਨਿਸਟਰ ਵੱਲੋਂ ਬਣਾਈ ਗਈ ਸੀ। ਅਤੇ ਉਹ ਜਿਹੜੀ ਸਾਰੀ ਗੱਲ ਫੈਡਰਲਿਜ਼ਮ ਦਾ ਜਿਹੜਾ ਵੱਡਾ ਕੁਐਸਚਨ ਹੈ, ਉਹ ਵੱਡੇ ਕੁਐਸਚਨ ਨੂੰ ਡੀਲ ਕਰਨ ਦੀ ਬਜਾਏ ਕਈ ਵਾਰ ਛੋਟੀ ਗੱਲ 'ਤੇ ਤਾਂ ਕਿਉਂਕਿ ਹਾਲਾਤ ਐਸੇ ਪੈਦਾ ਹੋ ਜਾਂਦੇ ਨੇ, ਤੁਹਾਡੀ ਮਜਬੂਰੀ ਹੋ ਜਾਂਦੀ ਹੈ ਬੋਲਣਾ। ਜੇ ਪਾਰਟੀਆਂ ਦਾ ਆਪਾਂ ਮਾਹੌਲ ਦੇਖੀਏ, ਮੈਨੂੰ ਲੱਗਦਾ ਕਿ ਇਹ ਇੱਕ ਸਵਾਗਤਯੋਗ ਕਦਮ ਹੈ। ਪਹਿਲਾਂ ਤਾਂ ਆਲ ਪਾਰਟੀ ਮੀਟਿੰਗ ਬਣਾਉਣਾ, ਫਿਰ ਉਹਦੇ 'ਚ ਸਾਂਝੇ ਤਰੀਕੇ ਦੇ ਨਾਲ ਇੱਕ ਮਤਾ ਪਾਉਣਾ, ਅਤੇ ਇਹ ਮਤਾ ਵੀ ਪਾਉਣਾ ਕਿ ਵਿਧਾਨ ਸਭਾ ਦਾ ਸੈਸ਼ਨ ਬੁਲਾ ਕੇ ਇਸ ਨੋਟੀਫਿਕੇਸ਼ਨ ਨੂੰ ਰੱਦ ਕੀਤਾ ਜਾਣਾ ਚਾਹੀਦਾ। ਔਰ ਨਾਲ ਹੀ ਜਿਹੜੇ ਖੇਤੀ ਕਾਨੂੰਨ ਨੇ ਉਹਨਾਂ ਨੂੰ ਨਵੇਂ ਸਿਰਿਓਂ ਜਿਹੜਾ ਫੈਡਰਲਿਜ਼ਮ ਦੇ ਕੁਐਸਚਨ ਦੇ ਤਹਿਤ ਉਹਨੂੰ ਰਾਜਾਂ ਦੀ ਸੂਚੀ 'ਚ ਖੇਤੀ ਉਹਨੂੰ ਰੱਦ ਕਰਨ ਦੀ ਲੋੜ ਹੈ। ਅਤੇ ਇਹਦੇ ਨਾਲ ਇਹ ਹੈ ਕਿ ਇੱਕ ਜਨਤਕ ਲੈਵਲ ਦਾ ਵੀ ਮਤਲਬ ਕੋਈ ਜਿਹਨੂੰ ਕੋਈ ਕਿਸੇ ਨੇ ਸੱਤਿਆਗ੍ਰਹਿ ਕਿਹਾ, ਕਿਸੇ ਨੇ ਅੰਦੋਲਨ ਕਿਹਾ, ਜਿਹੜਾ ਇੱਕ ਪੈਦਾ ਕਰਨ ਦੀ ਲੋੜ ਹੈ। ਪਰ ਜੇਕਰ ਤੁਸੀਂ ਤੁਰੰਤ ਦੇਖਦੇ ਹੋ ਤਾਂ ਉੱਥੇ ਇਕੱਠੀਆਂ ਇਹ ਸਾਰੀਆਂ ਪਾਰਟੀਆਂ ਮਤਾ ਪਾਉਂਦੀਆਂ ਨੇ ਅਤੇ ਸਾਰਾ ਕੁਛ ਹੈ। ਬਾਹਰ ਆ ਕੇ ਆਪੋ ਆਪਣੀਆਂ ਪ੍ਰੈਸ ਕਾਨਫਰੰਸਾਂ ਹੁੰਦੀਆਂ ਨੇ
ਇੱਕ ਦੂਜੇ ਤੇ ਬਲੇਮਬਾਜ਼ੀ ਹੁੰਦੀ ਹੈ, ਇਹਨੇ ਆ ਕੀਤਾ, ਉਹਨੇ ਆ ਕੀਤਾ, ਇਹਨੇ ਆ, ਮਤਲਬ ਤੁਸੀਂ ਇੱਕ ਛੋਟੀ ਜਿਹੀ ਲੜਾਈ ਵੀ ਬਿਨਾਂ ਇਲਜ਼ਾਮ ਤਰਾਸੀ ਤੋਂ ਲੜ ਨਹੀਂ ਸਕਦੇ। ਇਹ ਇੱਕ ਦਿਖਾਈ ਦਿੰਦਾ ਜਦ ਤੱਕ, ਕਿਉਂਕਿ ਉਹਨਾਂ ਨੂੰ ਫਿਰ ਵੋਟ ਹੀ ਦਿਖਾਈ ਦਿੰਦੀ ਹੈ। ਜੇਕਰ ਇਹ 'ਚ ਇਕੱਠੇ ਹੋ ਗਏ, ਪਤਾ ਨਹੀਂ ਸਾਡਾ ਲੌਸ ਨਾ ਹੋ ਜੇ, ਲੋਕ ਕਹਿੰਦੇ ਨੇ ਐਂ ਹੋ ਗਏ। ਜੇ ਤੁਸੀਂ ਓਨੈਸਟਲੀ ਇਮਾਨਦਾਰੀ ਨਾਲ ਇਹ ਕਹੋ ਕਿ ਇੱਕ ਮੁੱਦੇ ਤੇ ਅਸੀਂ ਇੱਥੇ ਇਸ ਹੱਦ ਤੱਕ ਇਕੱਠੇ ਹਾਂ ਜੀ, ਬਾਵਜੂਦ ਸਾਰੀਆਂ ਕਮਜ਼ੋਰੀਆਂ ਦੇ, ਬਾਕੀ ਗੱਲਾਂ ਤੇ ਸਾਡੇ ਬਖਰੇਵੇਂ ਨੇ, ਅਸੀਂ ਇੱਕ ਦੂਜੇ ਖਿਲਾਫ ਲੜਾਂਗੇ ਵੀ ਤੇ ਇੱਕ ਦੂਜੇ ਖਿਲਾਫ ਗੱਲ ਵੀ ਕਰਾਂਗੇ ਜੀ। ਔਰ ਉਹ ਬੈਕਗਰਾਉਂਡ ਵੀ ਇੱਕ ਇਹ ਗੱਲ ਦੱਸਦੀ ਹੈ ਕਿ ਪਾਰਟੀਆਂ ਸਾਡੀਆਂ ਕਿੱਥੇ ਕੁ ਤੱਕ ਜਾ ਸਕਦੀਆਂ ਨੇ। ਜਦੋਂ ਕੋਈ ਇੱਕ ਮੁੱਦਾ ਆਉਂਦਾ ਉਦੋਂ ਅਸੀਂ ਐਕਟਿਵ ਹੋ ਜਾਂਦੇ ਹਾਂ, ਜਦੋਂ ਮੁੱਦਾ ਥੋੜ੍ਹਾ ਜਿਹਾ ਪੈਸਿਵ ਹੋਇਆ ਫਿਰ ਅਸੀਂ ਪੈਸਿਵ ਹੋ ਜਾਂਦੇ ਹਾਂ। ਫੈਡਰਲਿਜ਼ਮ ਤਾਂ ਇੱਕ ਜਨਤਕ ਤੇ ਕੰਟੀਨਿਊ ਪ੍ਰੋਸੈਸ ਹੈ ਜੀ, ਲਗਾਤਾਰਤਾ ਦੇ ਵਿੱਚ ਇੱਕ ਗੱਲ ਉੱਭਰਨੀ ਚਾਹੀਦੀ ਹੈ। ਅਤੇ ਇਹ ਸਾਰੇ ਮਾਹੌਲ ਦੇ ਵਿੱਚ ਜੇਕਰ ਤੁਸੀਂ ਹੁਣ ਓਵਰਆਲ ਗੱਲ ਲੈਂਦੇ ਹੋ ਤਾਂ ਪਾਰਟੀਆਂ ਨੇ ਕੀ ਕੀਤਾ ਹੈ ਪਿਛੋਕੜ 'ਚ। ਪਾਰਟੀਆਂ ਨੇ ਬਹੁਤੀਆਂ ਨੇ ਸਾਡੀਆਂ ਜਿਹੜੀਆਂ ਪੰਜਾਬ ਦੇ ਵਿੱਚ ਸੱਤਾ ਦੇ ਨੇੜੇ ਨੇ, ਉਹਨਾਂ ਨੇ 370 ਤੋੜਨ ਦੀ ਵੀ ਹਮਾਇਤ ਕਰਤੀ ਹੈ। ਉਹਨੇ ਨਾਗਰਿਕ ਸੋਧ ਬਿੱਲ, UAP, ਜਿੰਨੇ ਵੀ ਕਾਨੂੰਨ ਐਸੇ ਬਣੇ ਜਿਹੜੇ ਕਾਨੂੰਨਾਂ ਨੇ ਮਤਲਬ ਕੋਸ਼ਿਸ਼ ਕੀਤੀ ਹੈ ਕਿ ਫੈਡਰਲਿਜ਼ਮ ਨੂੰ ਹੋਰ ਕਮਜ਼ੋਰ ਕਰੋ, ਹੋਰ ਕਮਜ਼ੋਰ ਕਰਤਾ ਪਹਿਲਾਂ ਨਾਲੋਂ ਵੀ। ਅਤੇ ਉਹਦੇ ਤੁਸੀਂ ਜਿਹਦੇ ਪੱਖ 'ਚ ਵੋਟ ਦਿੰਦੇ ਹੋ ਉੱਥੇ, ਤਾਂ ਜਿਹੜੀ ਇੱਕ ਭਰੋਸੇ ਦੀ ਗੱਲ ਹੈ ਕਿ ਇਹ ਲੰਮੀ ਲੜਾਈ ਲੜ ਸਕਦੇ ਨੇ। ਅੱਜ ਕੱਲ੍ਹ ਅਕਾਲੀ ਦਲ ਨੇ ਫਿਰ ਸੋਸ਼ਲ ਮੀਡੀਆ 'ਤੇ ਪਾਇਆ ਹੋਇਆ ਸੁਖਬੀਰ ਬਾਦਲ ਦੇ ਕਿ ਅਸੀਂ ਅਨੰਦਪੁਰ ਸਾਹਿਬ ਦੇ ਮਤੇ ਵਾਲੇ ਹਾਂ ਜੀ। ਬਿਲਕੁਲ ਇਹ 'ਚ ਗੱਲ ਠੀਕ ਹੈ ਕਿ ਇੱਕ ਜ਼ਮਾਨੇ ਤੱਕ ਅਕਾਲੀ ਦਲ ਨੇ ਅਨੰਦਪੁਰ ਸਾਹਿਬ ਦੇ ਮਤੇ 'ਤੇ ਲੜਾਈ ਲੜੀ, ਰਾਜਾਂ ਨੂੰ ਵੱਧ ਅਧਿਕਾਰਾਂ ਦੀ ਲੜਾਈ ਲੜੀ, ਪਰ 96 ਤੋਂ ਬਾਅਦ ਅੱਜ ਤੱਕ ਦੀ ਜਿਹੜੀ ਕਾਰਗੁਜ਼ਾਰੀ ਹੈ, ਉਹ ਕਾਰਗੁਜ਼ਾਰੀ ਇਹ ਦਿਖਾਉਂਦੀ ਹੈ ਕਿ ਤੁਸੀਂ ਉਸ ਲੜਾਈ ਲੜਨ ਦੇ ਲਾਈਨ ਦੇ ਪਾਸੇ, ਉਸ ਪਾਸੇ ਵੱਲ ਨਹੀਂ ਰਹੇ, ਇੱਕ ਵਾਰ ਸਰੈਂਡਰ ਕੀਤਾ। ਬਿਲਕੁਲ ਇਹ ਸਾਰੀਆਂ ਗੱਲਾਂ ਦੇ ਦਰੁਸਤੀਕਰਨ ਦੇ ਵਾਸਤੇ ਜੀ ਮੇਰਾ ਖਿਆਲ ਹੈ ਪਾਰਟੀਆਂ ਨੂੰ ਇੱਕ ਤਾਂ ਲੋਕਾਂ ਨੂੰ ਯਕੀਨ ਦਿਵਾਉਣਾ ਪਏਗਾ ਜੀ, ਕੁਝ ਪਛਤਾਪ ਕਰਕੇ ਲੋਕਾਂ ਨੂੰ ਇਹ ਯਕੀਨ ਦਿਵਾ ਕੇ ਕਿ ਹੁਣ ਅਸੀਂ ਸੱਚੀਓ ਪੰਜਾਬ ਦਾ ਭਵਿੱਖ ਇਸ ਗੱਲ 'ਚ ਹੈ ਕਿ ਫੈਡਰਲ ਸਟਰਕਚਰ ਹੋਵੇ। ਅਸੀਂ ਦੇਸ਼ ਦੀਆਂ ਹੋਰ ਜਥੇਬੰਦੀਆਂ ਜਾਂ ਇਹੋ ਜਿਹੀਆਂ ਪਾਰਟੀਆਂ ਨੂੰ, ਲਾਈਕ ਮਾਈਂਡਡ ਨੂੰ ਨਾਲ ਲੈ ਕੇ ਫੈਡਰਲਿਜ਼ਮ ਦੀ ਲੜਾਈ ਲੜਾਂਗੇ। ਉਹ ਭਰੋਸਾ ਕਿਵੇਂ, ਜਿਹੜਾ ਟੁੱਟਿਆ ਭਰੋਸਾ ਹੈ, ਉਹ ਕਿਵੇਂ ਦਿਵਾ ਸਕਦੀਆਂ ਨੇ ਭਰੋਸਾ ਮੁੜ ਕੇ, ਕਿਹੜੇ ਕਿਹੜੇ ਕਦਮ ਉਠਾ ਕੇ, ਇਹ ਅਜੇ ਪਾਰਟੀਆਂ ਸੋਚਣ ਨਹੀਂ ਲੱਗੀਆਂ। ਮੇਰੇ ਖਿਆਲ ਹੈ ਉਸ ਪਾਸੇ ਵੱਲ ਸੋਚਣ ਦਾ ਸਵਾਲ ਹੈ ਕਿ ਤੁਸੀਂ ਕਿਵੇਂ, ਕਿਉਂਕਿ ਵੱਧ ਤੋਂ ਵੱਧ ਤੁਸੀਂ ਸਹੁੰਆਂ ਖਾ ਸਕਦੇ ਹੋ, ਸਹੁੰਆਂ ਖਾ ਕੇ ਵੀ ਤੁਸੀਂ ਮੁੱਕਰਦੇ ਹੋ ਬਾਰ-ਬਾਰ। ਅਮਰਿੰਦਰ ਸਿੰਘ ਨੇ ਵੀ ਸਹੁੰ ਖਾਧੀ ਸੀ ਇਸ ਪੱਧਰ ਦੀ। ਵੈਸੇ ਤਾਂ ਕੈਪਟਨ ਅਮਰਿੰਦਰ ਸਿੰਘ ਤਾਂ ਹੁਣ ਮੈਨੂੰ ਲੱਗਦਾ ਕਿ ਇਹਦੀ BSF ਦੇ ਤਾਂ ਹਮਾਇਤ ਹੀ ਕਰਨ ਲੱਗ ਗਏ ਕਿ ਤਾਂ ਠੀਕ ਹੈ ਜੀ, ਸਿਕਿਉਰਿਟੀ ਦਾ ਐਂਗਲ ਹੈ, ਉਹਨਾਂ ਨੂੰ ਤਾਂ ਸਭ ਕੁਝ ਹੁਣ ਸਿਕਿਉਰਿਟੀ ਦੇ ਪ੍ਰਿਜ਼ਮ 'ਚੋਂ ਦਿਖ ਰਿਹਾ, ਮਤਲਬ ਉਸ ਐਂਗਲ 'ਚੋਂ ਦਿਖ ਰਿਹਾ। ਇਹਦਾ ਮਤਲਬ ਜਿਹੜੇ ਅਮਰਿੰਦਰ ਸਿੰਘ ਕਦੇ ਪੰਜਾਬ ਦੀ ਗੱਲ ਕਰਦੇ ਸੀ ਫੈਡਰਲਿਜ਼ਮ ਦੀ, ਹੁਣ ਉਹ ਉਸ ਗੱਲ 'ਤੇ ਤਾਂ BJP ਦੇ ਨਾਲ ਖੜੇ ਨੇ। ਪੰਜਾਬ ਦੀ BJP ਬਾਈਕਾਟ ਕਰ ਗਈ ਆਲ ਪਾਰਟੀ ਦਾ। ਕਿਉਂ ਨਹੀਂ ਤੁਸੀਂ, ਜੇ ਤੁਹਾਡੇ ਕੋਲ ਇੱਕ ਗੱਲ ਹੈ, ਤੁਸੀਂ ਉਸੇ ਆਲ ਪਾਰਟੀ 'ਚ ਜਾ ਕੇ, ਉਹ ਤਾਂ ਇੱਕ ਅੰਦਰੂਨੀ ਹੈ ਨਾ, ਉੱਥੇ ਤਾਂ ਤੁਹਾਡਾ ਬਾਈਕਾਟ ਵੀ ਨਹੀਂ ਕੋਈ ਕਰਦਾ ਜੀ, ਉੱਥੇ ਗੱਲ ਆਪਣੀ ਰੱਖ ਸਕਦੇ ਹੋ। ਗੱਲ ਕਿਉਂ ਨਹੀਂ ਰੱਖਦੇ? ਪਹਿਲਾਂ ਵਿਧਾਨ ਸਭਾ 'ਚ ਖੇਤੀ ਮੁੱਦਿਆਂ 'ਤੇ ਆਇਆ, ਉੱਥੇ ਤੁਸੀਂ ਬਾਈਕਾਟ ਕਰਤਾ, ਹੁਣ ਤੁਸੀਂ ਆਲ ਪਾਰਟੀ ਮੀਟਿੰਗ ਦਾ ਬਾਈਕਾਟ ਕਰਤਾ। ਫਿਰ ਇਹਦਾ ਮਤਲਬ ਲੋਕ ਤੁਹਾਡਾ ਬਾਈਕਾਟ ਕਰਦੇ ਨੇ, ਫਿਰ ਤਾਂ ਠੀਕ ਹੀ ਗੱਲ ਹੈ ਜੀ। ਬਿਲਕੁਲ, ਜਦ ਤੁਸੀਂ ਲੋਕਾਂ ਨਾਲ ਇੰਟਰੈਕਟ ਨਹੀਂ ਕਰਨਾ ਚਾਹੁੰਦੇ, ਉਹ ਵੀ ਇੱਕ ਮਾਮਲਾ ਉਸ ਸਾਰੇ ਮਾਹੌਲ ਦੇ ਵਿੱਚ ਹੈ। ਅਤੇ ਗੱਲ ਇੱਧਰ ਹੀ ਬਣਨੀ ਹੈ। ਗੱਲ ਤਾਂ ਸਾਰੀਆਂ ਪਾਰਟੀਆਂ ਨੂੰ ਜਾਂ ਸਾਰੇ ਲੋਕਾਂ ਨੂੰ ਕੁਝ ਬੁਨਿਆਦੀ ਮੁੱਦਿਆਂ 'ਤੇ ਇਕੱਠੇ ਹੋਣਾ ਪੈਣਾ। ਬਾਕੀ ਦੀ ਲੜਾਈ ਇੱਕ ਅਲੱਗ ਲੜਾਈ ਹੈ, ਔਰ ਜਿੰਨਾ ਬੁਨਿਆਦੀ ਮੁੱਦਿਆਂ 'ਤੇ ਇਕੱਠੇ ਹੋ ਸਕਣਗੇ ਉਨਾ ਕੁ ਫਾਇਦਾ ਹੋ ਜਾਊਗਾ। ਔਰ ਉਹ ਵੀ ਤਾਂ ਹੋ ਪਾਉਣਗੇ ਜੇ ਲੋਕਾਂ 'ਚ ਜਾਗਰੂਕਤਾ ਅਤੇ ਲੋਕ ਸਵਾਲ ਕਰਨਗੇ ਕਿ ਕਿਹੜਾ ਬੰਦਾ ਭੱਜ ਗਿਆ ਉਸ ਏਕੇ ਦੇ ਵਿੱਚੋਂ। ਜਿਹੜਾ ਭੱਜੂਗਾ, ਲੋਕ ਉਹਨੂੰ ਚੋਣਾਂ ਦੇ ਵਿੱਚ ਵੀ ਸਵਾਲ ਕਰਨ, ਚੋਣਾਂ ਤੋਂ ਬਿਨਾਂ ਵੀ ਸਵਾਲ ਕਰਨ, ਫਿਰ ਪਾਰਟੀਆਂ ਮਜਬੂਰੀ ਵਸ਼ ਕਿਤੇ ਖੜੀਆਂ ਰਹਿ ਸਕਦੀਆਂ ਨੇ ਜੀ। ਹਮੀਰ ਜੀ, ਜਿਸ ਤਰ੍ਹਾਂ ਸਿਆਸੀ ਪਾਰਟੀਆਂ ਪੰਜਾਬ ਦੀਆਂ BSF ਦੇ ਅਧਿਕਾਰ ਖੇਤਰ ਵਧਾਉਣ ਦੇ ਮਾਮਲੇ 'ਤੇ ਇਕੱਠੀਆਂ ਹੋਈਆਂ ਨੇ, ਅਸੀਂ ਜਾਣਨਾ ਚਾਹਾਂਗੇ ਕਿ ਉਹ ਇਹ ਏਕਾ ਜਿਹੜਾ ਹੈ ਅੱਗੇ ਭਵਿੱਖ ਵਿੱਚ ਵੀ ਇਸੇ ਤਰ੍ਹਾਂ ਜਾਰੀ ਰੱਖ ਸਕਣਗੀਆਂ, ਜਾਂ ਇਹ ਜਿਹੜਾ ਹੈਗਾ ਲੋਕਾਂ ਦੇ ਦਬਾਅ ਹੇਠ ਉਹਨਾਂ ਨੇ ਇੱਕ ਸਿਆਸੀ ਜਿਹੜਾ ਹੈਗਾ ਜੁਮਲੇਬਾਜ਼ੀ ਵਾਲਾ ਕੰਮ ਕੀਤਾ? ਅਤੇ ਮੈਨੂੰ ਲੱਗਦਾ ਨਹੀਂ, ਕਿਉਂਕਿ ਕਿਸਾਨੀ ਦੇ ਮਾਮਲੇ 'ਤੇ ਵੀ ਐਂ ਕੀਤਾ ਸੀ ਪਹਿਲਾਂ, ਜਿਹੜੇ ਖੇਤੀ ਬਿੱਲ ਨੇ, ਪਹਿਲਾਂ ਵੀ ਜਦੋਂ ਅਮਰਿੰਦਰ ਸਿੰਘ ਚੀਫ ਮਿਨਿਸਟਰ ਸੀ 2 ਵਾਰ ਆਲ ਪਾਰਟੀ ਮੀਟਿੰਗ ਵੀ ਬੁਲਾਈ ਗਈ, ਫਿਰ ਮਤੇ ਵੀ ਪਏ, ਫਿਰ ਗਵਰਨਰ ਨੂੰ ਵੀ ਮਿਲਣ ਗਏ, ਕਾਨੂੰਨਾਂ ਦੇ ਬਾਅਦ ਵੀ ਗਵਰਨਰ ਨੂੰ ਮਿਲਣਗੇ, ਅੰਦਰ ਸਾਰੇ ਸਹਿਮਤੀ, ਬਾਹਰ ਆ ਕੇ ਫਿਰ ਆਪੋ ਆਪਣਾ ਮੂੰਹ ਹੋ ਜਾਂਦਾ ਉਸੇ ਤਰੀਕੇ ਦਾ। ਔਰ ਇਹ ਠੀਕ ਹੈ ਕਿ ਸੱਤਾਧਾਰੀ ਪਾਰਟੀ ਨੇ ਜਿਹੜੀਆਂ ਦੋ ਰੋਲ ਨੇ, ਇੱਕ ਹੈ ਗੌਰਮੈਂਟ ਦੀ ਭੂਮਿਕਾ, ਇੱਕ ਹੈ ਸਿਆਸੀ ਪਾਰਟੀਆਂ ਦੀ ਭੂਮਿਕਾ। ਗੌਰਮੈਂਟ ਦੀ ਭੂਮਿਕਾ ਅਤੇ ਚੁਣੇ ਹੋਏ ਨੁਮਾਇੰਦਿਆਂ ਦੀ ਭੂਮਿਕਾ ਤਾਂ ਵਿਧਾਨ ਸਭਾ ਤੱਕ ਹੈ, ਅਤੇ ਉਸ ਤੋਂ ਬਾਅਦ ਆਪਣੀ ਇੱਕ ਲੜਾਈ ਦਾ, ਇੱਕ ਜਿਹੜੀ ਜਨਤਕ ਲੜਾਈ ਹੈ, ਉਹ ਲੜਾਈ ਨਹੀਂ ਲੜੀ ਅਜੇ ਤੱਕ ਪਾਰਟੀਆਂ ਨੇ। ਜਾਂ ਤਾਂ ਫਿਰ ਚੀਫ ਮਿਨਿਸਟਰ ਦੀ ਅਗਵਾਈ 'ਚ ਜਾਂ ਇੱਕ ਰੂਲਿੰਗ ਪਾਰਟੀ ਦੀ ਅਗਵਾਈ 'ਚ ਉਹ ਕਹੇ ਕਿ ਅਸੀਂ ਮੂਹਰੇ ਲੱਗਦੇ ਹਾਂ ਅਤੇ ਆਪਾਂ ਸਾਰੇ ਮਿਲ ਕੇ ਇਕੱਠੇ ਲੜਾਈ ਲੜਦੇ ਹਾਂ ਅਤੇ ਸਾਂਝੇ ਤੌਰ 'ਤੇ ਜੱਦੋ ਜਹਿਦ ਸੜਕ ਦੀ ਕਰਦੇ ਹਾਂ। ਸਾਰੇ MLA MP ਅਤੇ ਹੋਰ ਚੁਣੇ ਹੋਏ ਨੁਮਾਇੰਦੇ
ਜਿੰਨੇ ਮਰਜ਼ੀ ਅਸੀਂ ਜਾ ਕੇ ਇੱਕ ਲੋਕ ਲਾਮਬੰਦ ਕਰਦੇ ਹਾਂ। ਮੰਨ ਲਓ ਜੇਕਰ ਚੁਣੇ ਹੋਏ ਨੁਮਾਇੰਦਿਆਂ ਦੀ ਉਹ ਕੋਈ ਜਦੋਜਹਿਦ ਕਰਨੀ ਚਾਹੁਣ ਸਾਡੀਆਂ ਪਾਰਟੀਆਂ, ਜੀ 117 MLA ਨੇ, 13 MP ਲੋਕ ਸਭਾ ਦੇ ਨੇ, 7 ਰਾਜ ਸਭਾ ਦੇ ਨੇ, 20 ਉਹ ਹੋ ਗਏ। ਜੀ ਇਹ ਤੋਂ ਬਿਨਾਂ 327 ਦੇ ਕਰੀਬ ਜਿਹੜੇ ਨੇ ਉਹ ਜ਼ਿਲ੍ਹਾ ਪ੍ਰੀਸ਼ਦਾਂ ਦੇ ਮੈਂਬਰ ਨੇ, ਜੀ ਫਿਰ ਬਲਾਕ ਸੰਮਤੀਆਂ ਦੇ ਮੈਂਬਰ ਨੇ, ਫਿਰ ਲਗਭਗ 1 ਲੱਖ ਪੰਚਾਇਤੀ ਰਾਜ ਸੰਸਥਾਵਾਂ ਦਾ ਟੋਟਲ ਚੁਣਿਆ ਹੋਇਆ ਨੁਮਾਇੰਦਾ ਹੈ, ਫਿਰ ਲੋਕਲ ਬਾਡੀ ਦਾ MC ਵਗੈਰਾ ਚੁਣੇ ਹੋਏ ਨੁਮਾਇੰਦੇ ਨੇ, ਲੱਖ 1.5 ਲੱਖ ਹੈ। ਸੱਦਾ ਦੇਣ ਸਾਰੀਆਂ ਪਾਰਟੀਆਂ ਦੇ, ਸਰਕਾਰ ਦਾ ਚੀਫ ਮਿਨਿਸਟਰ ਮੂਹਰੇ ਲੱਗੇ, ਕਹੇ ਆਓ 1.5 ਲੱਖ ਬੰਦਾ ਇਕੱਠਾ ਹੋ ਕੇ ਲੜਾਈ ਲੜੀਏ, ਜਿਹੜੇ ਲੋਕਾਂ ਨੇ ਚੁਣੇ ਨੇ। ਜੇ ਇਕੱਲੇ ਚੁਣੇ ਬੰਦੇ ਵੀ ਲੜਾਈ ਦੇ ਵਿੱਚ ਉਤਾਰ ਦਿੰਦੇ ਹੋ ਤੁਸੀਂ ਉਸ ਪੱਧਰ ਦੇ ਉੱਤੇ, ਤੇ ਖੇਤੀ ਕਾਨੂੰਨਾਂ ਬਾਰੇ ਵੀ, ਓਵਰਆਲ ਫੈਡਰਲਿਜ਼ਮ ਦੇ ਬਾਰੇ ਵੀ, ਫਿਰ ਇਹ ਮੰਨਿਆ ਜਾਊਗਾ ਕਿ ਸ਼ਾਇਦ ਚੁਣੇ ਨੁਮਾਇੰਦੇ ਕੋਈ ਲੋਕਾਂ ਦੀ ਅਗਵਾਈ ਕਰਨ ਦੇ ਸਮਰੱਥ ਨੇ। ਤੇ ਨਹੀਂ ਤਾਂ ਚੁਣੇ ਨੁਮਾਇੰਦੇ ਜੇ ਇੱਕ ਦੂਜੇ ਧੜਿਆਂ 'ਚ ਵੰਡੇ ਪਏ ਨੇ, ਸਭ ਤੇ ਲੋਕਾਂ ਦਾ ਪ੍ਰੈਸ਼ਰ ਹੋਣਾ ਚਾਹੀਦਾ, ਚਾਹੇ ਉਹ ਪੰਚ ਚੁਣਿਆ, ਚਾਹੇ ਉਹ ਸਰਪੰਚ ਚੁਣਿਆ, ਚਾਹੇ ਉਹ ਬਲਾਕ ਸੰਮਤੀ, ਜ਼ਿਲ੍ਹਾ ਪ੍ਰੀਸ਼ਦ, ਵਾਰਡ ਦਾ ਮੈਂਬਰ ਚੁਣਿਆ, ਜਾਂ MC ਚੁਣਿਆ, ਜਾਂ MLA MP ਚੁਣਿਆ। ਸਾਰੇ ਚੁਣੇ ਹੋਏ ਨੁਮਾਇੰਦੇ ਕੀ ਪੰਜਾਬ ਦੀ ਹੋਂਦ ਨੂੰ ਬਚਾਉਣ ਦੀ ਲੜਾਈ 'ਚ ਆਗੂ ਭੂਮਿਕਾ ਨਿਭਾਉਣ ਦੇ ਲਈ ਕੰਮ ਕਰ ਰਹੇ ਨੇ? ਜੇ ਨਹੀਂ ਕਰ ਰਹੇ ਤਾਂ ਹੇਠਾਂ ਤੋਂ ਲੈ ਕੇ ਉੱਪਰ ਤੱਕ ਦੀ ਜਵਾਬਦੇਹੀ ਲੋਕਾਂ ਨੂੰ ਫਿਕਸ ਕਰਨੀ ਚਾਹੀਦੀ ਹੈ। ਉਹਨਾਂ ਤੋਂ ਸਵਾਲ ਪੁੱਛਣੇ ਚਾਹੀਦੇ ਨੇ, ਤੇਰਾ ਕੀ ਕੰਟਰੀਬਿਊਸ਼ਨ ਹੈ, ਤੈਨੂੰ ਅਸੀਂ ਚੁਣਿਆ ਹੋਇਆ। ਕੋਈ 200 ਬੰਦੇ ਦਾ ਨੁਮਾਇੰਦਾ, ਕੋਈ 500 ਬੰਦੇ ਦਾ ਨੁਮਾਇੰਦਾ, ਕੋਈ 10,000 ਦਾ, ਕੋਈ ਲੱਖ ਦਾ, ਅਲੱਗ-ਅਲੱਗ ਟਾਈਪ ਦੇ ਨੁਮਾਇੰਦੇ ਨੇ। ਬਿਲਕੁਲ ਉਹਨਾਂ ਨੁਮਾਇੰਦਿਆਂ 'ਤੇ ਬੋਝ ਪਾਉਣਾ ਜ਼ਰੂਰੀ ਹੈ ਕਿ ਤੁਸੀਂ ਜੇ ਅਗਵਾਈ ਕਰਨ ਵਾਲੇ ਹੋ ਤਾਂ ਅਗਵਾਈ ਕਰਨ ਦੀ ਕੋਸ਼ਿਸ਼ ਦਿਖਾਓ ਸਾਨੂੰ, ਅਗਵਾਈ ਕਰਕੇ ਕਿ ਤੁਸੀਂ ਅਗਵਾਈ ਕਰ ਰਹੇ ਹੋ। ਔਰ ਜਦੋਂ ਇਹੋ ਜਿਹਾ ਪ੍ਰੈਸ਼ਰ ਚੁਣੇ ਹੋਏ ਬੰਦਿਆਂ 'ਤੇ ਆਏਗਾ ਤਾਂ ਲਾਜ਼ਮੀ ਉਹਨਾਂ ਨੂੰ ਪਤਾ ਵੀ ਲੱਗੇਗਾ ਕਿ ਇਕੱਲੀ ਕੁਰਸੀ ਦਾ ਆਨੰਦ ਨਹੀਂ ਮਾਣਨਾ, ਜ਼ਿੰਮੇਵਾਰੀ ਵੀ ਨਿਭਾਉਣੀ ਹੈ, ਲੋਕਾਂ ਪ੍ਰਤੀ ਜਵਾਬਦੇਹ ਵੀ ਹੋਣਾ ਹੈ। ਜੀ ਇਹ ਸਨ ਸਾਡੇ ਸੀਨੀਅਰ ਪੱਤਰਕਾਰ ਸ਼੍ਰੀ ਹਮੀਰ ਸਿੰਘ ਜੀ, ਜਿਨ੍ਹਾਂ ਨੇ ਦੱਸਿਆ ਵੀ ਕਿ ਸਿਆਸੀ ਆਗੂਆਂ ਵੱਲੋਂ ਜਿਹੜੀ ਆਪਣੀ ਜ਼ਿੰਮੇਵਾਰੀ ਉਹ ਸਹੀ ਢੰਗ ਨਾਲ ਨਹੀਂ ਨਿਭਾਈ ਜਾ ਰਹੀ। ਉਹ ਲੋਕਾਂ ਵੱਲੋਂ ਚੁਣੇ ਹੋਏ ਨੁਮਾਇੰਦੇ ਨੇ ਤੇ ਉਹਨਾਂ ਨੂੰ ਲੋਕਾਂ ਦੀ ਆਵਾਜ਼ ਜਿਹੜੀ ਹੈ ਉਹਨੂੰ ਚੁੱਕਣਾ ਚਾਹੀਦਾ ਹੈ। ਜੇ ਉਹ ਅਜਿਹਾ ਨਹੀਂ ਕਰਦੇ ਤਾਂ ਲੋਕਾਂ ਨੂੰ ਵੀ ਉਹਨਾਂ ਨੂੰ ਘੇਰ ਕੇ ਜਿਹੜਾ ਹੈਗਾ ਸਵਾਲ ਪੁੱਛਣੇ ਚਾਹੀਦੇ ਨੇ ਕਿ ਉਹਨਾਂ ਵੱਲੋਂ ਲੋਕਾਂ ਲਈ ਕੀ ਆਵਾਜ਼ ਚੁੱਕੀ ਗਈ ਹੈ, ਲੋਕਾਂ ਦੇ ਭਲੇ ਲਈ ਕੀ ਕੰਮ ਕੀਤੇ ਗਏ ਨੇ। ਇਹ ਪੁੱਛਣਾ ਲੋਕਾਂ ਦਾ ਅਧਿਕਾਰ ਹੈ ਤੇ ਉਹਨਾਂ ਨੂੰ ਪੁੱਛਣਾ ਚਾਹੀਦਾ। ਹੋਵੇਗਾ ਕਿ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ। ਕੱਲ੍ਹ ਨੂੰ ਇਸੇ ਸਮੇਂ ਇੱਕ ਨਵੇਂ ਮੁੱਦੇ ਦੇ ਨਾਲ ਮਿਲਾਂਗੇ ਪ੍ਰੋਗਰਾਮ ਵੇਲੇ ਦੀ ਗੱਲ ਵਿੱਚ। ਧੰਨਵਾਦ।